बिस्मिल्लाहिर्रहमानिर्रहीम। अस्सलाम वालेकुम नाज़रीन, ਤੁਹਾਡਾ ਮੇਜ਼ਬਾਨ ਮੁਹੰਮਦ ਮੁਦੱਸਰ ਸ਼ਾਹਸਵਾਰ YouTube ਚੈਨਲ ਦੀ ਤਰਫੋਂ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਅੱਜ ਅਸੀਂ ਚੱਕ 99 ਬਰੈਲ ਤਹਿਸੀਲ ਚੀਚਾਤਨੀ ਦੀ ਮਸਜਿਦ ਵਿੱਚ ਮੌਜੂਦ ਹਾਂ। ਮਾਸ਼ਾਅੱਲਾ ਬੜੀ ਖੂਬਸੂਰਤ ਮਸਜਿਦ ਹੈ। ਮਸਜਿਦ ਅੱਲਾ ਦੇ ਘਰ ਨੇ ਤੇ ਅੱਲਾ ਦਾ ਹੁਕਮ ਹੈ ਕਿ ਇਹਨਾਂ ਨੂੰ ਆਬਾਦ ਕੀਤਾ ਜਾਏ ਤੇ ਅੱਲਾਹ ਤਾਲਾ ਦੇ ਅੱਲਾ ਦੇ ਰਸੂਲ ਦੀ ਸਭ ਨਾਲ ਪਸੰਦੀਦਾ ਜਗ੍ਹਾ ਮਸਜਿਦ ਹੀ ਹੈ। ਇਸ ਮਸਜਿਦ ਦੇ ਵਿੱਚ ਆ ਕੇ ਇੱਕ ਹੋਰ ਬੜੀ ਖੁਸ਼ੀ ਮੈਨੂੰ ਇਹ ਹੋਈ ਹੈ ਕਿ ਇੱਥੇ ਇੱਕ ਫਿਲਟਰ ਪਲਾਂਟ ਲੱਗਿਆ, RO ਪਲਾਂਟ ਪਾਣੀ ਵਾਸਤੇ, ਜਿੱਥੋਂ ਆ ਕੇ ਇਹ ਪੂਰੇ ਏਰੀਆ ਦੇ ਲੋਕ ਜਿਹੜੇ ਨੇ ਪਾਣੀ ਲੈਂਦੇ ਨੇ। ਸਾਫ਼ ਪਾਣੀ ਉਹਨਾਂ ਨੂੰ ਮਿਲਦਾ ਤੇ ਪਾਣੀ ਤੁਹਾਨੂੰ ਪਤਾ ਹੈ ਕਿ ਜ਼ਿੰਦਗੀ ਤੇ ਪਾਣੀ ਲਾਜ਼ਮੋ ਮਲਜ਼ੂਮ ਨੇ। ਜਿੱਥੇ ਪਾਣੀ ਹੋਏਗਾ ਜ਼ਿੰਦਗੀ ਉੱਥੇ ਹੀ ਹੋਏਗੀ ਤੇ ਜਦੋਂ ਜ਼ਿੰਦਗੀ ਹੋਏਗੀ ਤੇ ਪਾਣੀ ਦਾ ਹੋਣਾ ਉੱਥੇ ਜ਼ਰੂਰੀ ਹੈ। ਤੇ ਪਾਣੀ ਤੋਂ ਮੁਰਾਦ ਸਾਫ਼ ਪਾਣੀ ਹੈ, ਕਿਉਂਕਿ ਗੰਦਾ ਪਾਣੀ ਜਿਹੜਾ ਉਹ ਫਿਰ ਤੁਹਾਡੇ ਮਿਹਦੇ, ਤੁਹਾਡੀਆਂ ਆਂਤਾਂ ਤੇ ਤੁਹਾਡੇ ਜਿਗਰ ਤੇ ਗੁਰਦਿਆਂ ਦੀ ਬਿਮਾਰੀਆਂ ਦਾ ਸਬਬ ਬਣਦਾ। ਤੇ ਇਹ ਫਿਲਟਰ ਪਲਾਂਟ ਦੇ ਬਾਰੇ 'ਚ ਸਾਡੇ ਨਾਲ ਮੌਜੂਦ ਨੇ ਮਸਜਿਦ ਕਮੇਟੀ ਦੇ ਸਦਰ ਚੌਧਰੀ ਇਜਾਜ਼ ਹੁਸੈਨ ਤਾਰੜ ਤੇ ਨਾਲ ਮੌਜੂਦ ਨੇ ਸਰਪ੍ਰਸਤ ਆਲਾ ਚੌਧਰੀ ਖਾਦਮ ਹੁਸੈਨ ਤਾਰੜ। ਤੇ ਅਸੀਂ ਇਹਨਾਂ ਕੋਲ ਇਸ ਪਲਾਂਟ ਦੇ ਬਾਰੇ 'ਚ ਪੁੱਛਾਂਗੇ ਕਿ ਆਈਡੀਆ ਇਹਨਾਂ ਨੂੰ ਕਿੱਥੋਂ ਆਇਆ ਤੇ ਕਿਸ ਤਰ੍ਹਾਂ ਇਹਨਾਂ ਸ਼ੁਰੂ ਕੀਤਾ। ਜੀ ਇਜਾਜ਼ ਸਾਹਿਬ, ਇੱਕ ਸੀ ਤੁਹਾਨੂੰ ਆਪਣੇ ਪ੍ਰੋਗਰਾਮ 'ਚ ਖੁਸ਼ ਆਮਦੀਦ ਕਹਿੰਦੇ ਹਾਂ, ਤੁਹਾਡਾ ਸ਼ੁਕਰੀਆ, ਤੁਸੀਂ ਆਪਣਾ ਟਾਈਮ ਕੱਢਿਆ। ਤੇ ਇਹ ਆਈਡੀਆ ਜਿਹੜਾ ਹੈ ਵਾਟਰ ਪਲਾਂਟ ਦਾ RO ਸਿਸਟਮ ਲਵਾਉਣ ਦਾ, ਇਹ ਕਿਸ ਤਰ੍ਹਾਂ ਆਇਆ? ਅਸੀਂ ਸਟਾਰਟ ਦੇ ਵਿੱਚ ਅਸਲ ਚਾਹ ਰਹੇ ਸਾਂ ਕਿ ਅਸੀਂ ਜਿਵੇਂ ਇਸ ਤਰ੍ਹਾਂ ਘਰਾਂ 'ਚ ਲਗਾਉਂਦੇ ਹਾਂ ਨਾ ਇੱਕ ਛੋਟਾ ਪਲਾਂਟ ਪਾਣੀ ਨਮਾਜ਼ੀਆਂ ਦੇ ਪੀਣ ਵਾਸਤੇ, ਅਸੀਂ ਮਸਜਿਦ 'ਚ ਲਗਵਾਈਏ। ਲੇਕਿਨ ਜਦੋਂ ਅਸੀਂ ਇੱਥੇ ਆਪਸ ਦੇ ਵਿੱਚ ਸਾਰੀ ਕਮੇਟੀ ਨੇ ਮਸ਼ਵਰਾ ਕੀਤਾ ਤੇ ਅਸੀਂ ਆਖਿਆ ਕਿਉਂ ਨਾ ਇਹਨੂੰ ਬੜੇ ਪੈਮਾਨੇ 'ਤੇ ਸ਼ੁਰੂ ਕਰੀਏ, ਜਿਹੜਾ ਪੂਰੇ ਚੱਕ ਵਾਸਤੇ ਹੀ ਇੱਕ ਮਸਲਾ ਹੱਲ ਹੋ ਜੇ। ਅੱਛਾ, ਇਹ ਦੱਸੋ ਜਦੋਂ ਇਹ ਪਲਾਂਟ ਨਹੀਂ ਸੀ ਲੱਗਿਆ ਉਦੋਂ ਪਿੰਡ ਦੇ ਲੋਕ ਪਾਣੀ ਕਿੱਥੋਂ ਇਸਤੇਮਾਲ ਕਰਦੇ ਸਨ? ਗੰਦਾ ਪਾਣੀ ਜਿਹੜਾ ਨੀਚੇ ਦਾ ਪਾਣੀ, ਜਿਸ TDS ਤਕਰੀਬਨ 1200 TDS ਸਿਸਟਮ ਸਾਡੇ ਚੱਕ ਦਾ, ਉਸ ਵਕਤ ਵੀ ਇਹ ਸੀ 1250-1300, ਉਹ ਹੀ ਪਾਣੀ ਸਾਰੇ ਇਸਤੇਮਾਲ ਕਰ ਰਹੇ ਸਨ। ਚਾਂਦੇ ਕੋ ਲੋਕਾਂ ਨੇ ਘਰਾਂ 'ਚ ਲਗਵਾਏ ਸਨ ਛੋਟੇ ਫਿਲਟਰ। ਅੱਛਾ, ਇਹਦੀ ਇੰਸਟਾਲੇਸ਼ਨ ਜਿਹੜੀ ਹੈ ਇਸ RO ਪਲਾਂਟ ਦੀ, ਇਹ ਕਦੋਂ ਹੋਈ ਸੀ ਤੇ ਇਹ ਕਿਹਨੇ ਕੀਤੀ ਸੀ? ਇਹ 2017 'ਚ ਅਸੀਂ ਇਹਨੂੰ ਇੰਸਟਾਲ ਕਰਵਾਇਆ ਤੇ ਪੂਰੇ ਚੱਕ ਦਾ ਹੀ ਇਹਦੇ 'ਚ ਕੰਟਰੀਬਿਊਸ਼ਨ ਤਕਰੀਬਨ ਹਰ ਬੰਦੇ ਨੇ ਆਪਣੀ ਤੌਫੀਕ ਦੇ ਮੁਤਾਬਕ ਇਹਦੇ 'ਚ ਜਿਹੜੇ ਮੁਹੱਈਰ ਹਜ਼ਰਾਤ ਨੇ ਉਹਨਾਂ ਜ਼ਿਆਦਾ ਔਰ ਸਭ ਨੇ ਥੋੜਾ ਹਿੱਸਾ ਇਹਦੇ 'ਚ ਜਿਹੜਾ ਉਹ ਪਾਇਆ। ਅੱਛਾ, ਤੇ ਇਹ RO ਪਲਾਂਟ ਲਾਉਣ ਵਾਸਤੇ ਜਿਹੜੀ ਟੀਮ ਆਈ ਸੀ ਉਹ ਕਿੱਥੋਂ ਆਈ ਸੀ? ਇਹ ਲਾਹੌਰ ਤੋਂ ਸੀ। ਇਕਵਾ ਪਲੱਸ ਦੇ ਨਾਂ ਤੋਂ ਉਹਨਾਂ ਦੀ ਇੱਕ ਕੰਪਨੀ ਹੈ, ਇਕਵਾ ਪਲੱਸ RO ਪਲਾਂਟ ਉਹ ਲਗਾਉਂਦੇ ਨੇ ਤੇ ਉਹਨਾਂ ਕੋਲੋਂ ਅਸੀਂ ਇੰਸਟਾਲ ਕਰਵਾਇਆ ਸੀ 2017 'ਚ। ਇਹਦੇ ਤੇ 2017 'ਚ ਇੰਸਟਾਲ ਹੋਇਆ ਤੇ ਉਸ ਟਾਈਮ ਕਿੰਨੀ ਟੋਟਲ ਲਾਗਤ ਇਸ 'ਤੇ ਆਈ ਸੀ? ਤਕਰੀਬਨ 6 ਲੱਖ ਰੁਪਇਆ ਉਸ ਟਾਈਮ ਇਹਦੀ ਲਾਗਤ ਆਈ ਸੀ। 2017 'ਚ ਔਰ ਅਸੀਂ ਇਹਨੂੰ 1 ਟਨ ਦਾ ਇੰਸਟਾਲ ਕਰਵਾਇਆ ਸੀ। ਸਾਡਾ ਤਜਰਬਾ ਨਹੀਂ ਸੀ, ਅਸੀਂ 1 ਟਨ ਦਾ ਲਗਵਾ ਬੈਠੇ ਸੀ। ਉਹਦਾ ਮੁਰਾਦ ਹੈ ਕਿ 25 ਮਣ ਪਾਣੀ 1 ਘੰਟੇ ਦੇ ਵਿੱਚ, 1 ਟਨ ਪਾਣੀ। ਤੇ ਬਾਅਦ 'ਚ ਪਤਾ ਚੱਲਿਆ ਕਿ ਆਬਾਦੀ ਤੇ ਸਾਡੀ ਸਾਰੀ ਲੱਗ ਗਈ ਇਸ ਪਾਣੀ ਤੇ ਫਿਰ ਅਸੀਂ ਇਹਨੂੰ 2020 ਦੇ ਵਿੱਚ ਦੁਬਾਰਾ 2 ਟਨ ਦਾ ਕਰਵਾਇਆ। 4 ਲੱਖ ਰੁਪਇਆ ਹੋਰ ਲਗਾ ਕੇ ਅਸੀਂ ਫਿਰ ਇਹਨੂੰ 2 ਟਨ ਦਾ ਕਰਵਾਇਆ। ਅੱਛਾ, ਇਹ 2017 ਵਿੱਚ ਜਿਹੜਾ 6 ਲੱਖ ਰੁਪਇਆ ਬੜੀ ਅਮਾਊਂਟ ਸੀ ਇੱਕ, ਤੇ ਹਕੂਮਤ ਪੰਜਾਬ ਨੇ ਜਾਂ ਕਿਸੇ NGO ਨੇ ਇਹਦੇ 'ਚ ਕੋਈ ਮਦਦ ਨਹੀਂ ਕੀਤੀ? ਬਿਲਕੁਲ ਨਹੀਂ। ਅਸੀਂ ਬਲਕਿ ਇਹਨਾਂ ਕੋਲ ਗਏ ਹਾਂ, ਆਪਣੇ MP MNA ਕੋਲ ਉਸ ਵਕਤ ਦੇ, ਉਹਨਾਂ ਸਾਨੂੰ ਇਹ ਨਹੀਂ ਦਿੱਤਾ ਤੇ ਫਿਰ ਅਸੀਂ ਆਪਣੀ ਮਦਦ ਆਪ ਦੇ ਤਹਿਤ ਹੀ ਸਾਰਾ ਜਿਹੜਾ ਉਹ ਕੀਤਾ। ਇਹਦੇ ਵਿੱਚ ਕਿਸੇ ਦਾ ਵੀ ਕੋਈ ਨਹੀਂ, ਹਕੂਮਤ ਦਾ ਕੋਈ ਇਹਦੇ 'ਚ ਕੰਟਰੀਬਿਊਸ਼ਨ ਨਹੀਂ। ਅੱਛਾ, ਇਹਦਾ ਜਿਹੜਾ ਹੁੰਦਾ ਸਫਾਈ ਵਗੈਰਾ ਦਾ ਇੰਤਜ਼ਾਮ, ਇਹਦੇ ਫਿਲਟਰ ਤਬਦੀਲ ਕਰਨਾ ਤੇ ਇਹਦੀ TDS ਵੈਲਿਊ ਜਾਂ PH ਵੈਲਿਊ ਚੈੱਕ ਕਰਨਾ, ਉਹਦੇ ਵਾਸਤੇ ਕੋਈ ਡਿਵਾਈਸਿਸ ਮੌਜੂਦ ਨੇ? ਇਹ ਸਾਡੇ ਕੋਲ ਡਿਵਾਈਸ ਵੀ ਮੌਜੂਦ ਹੈ, ਲੇਕਿਨ ਇਹਦੇ TDS ਮੀਟਰ ਲੱਗਾ ਹੋਇਆ ਆਲਰੇਡੀ, ਬਹੁਤ ਅੱਛੀ ਕੰਪਨੀ ਦਾ। ਉਹਦੇ ਉੱਤੇ ਹਰ ਵਕਤ ਇਹਦੀ ਰੀਡਿੰਗ ਰਹਿੰਦੀ, ਅਸੀਂ ਉਹਨੂੰ ਗਾਏ ਬਗਾਏ ਵਿੰਦਿਆਂ ਰਹੀਦਾ, ਚੈੱਕ ਕਰਦੇ ਆ ਰਹੀਦਾ। ਤੇ ਇਸ ਦੇ ਜਿਹੜੇ PH ਵੈਲਿਊ ਹੈ ਉਹ ਵੀ ਕਦੀ ਚੈੱਕ ਹੋਈ ਹੈ? PH ਵੈਲਿਊ ਨਹੀਂ ਅਸੀਂ ਕਰ ਸਕਦੇ ਇਸ ਦੀ। ਅੱਛਾ, ਕੋਈ ਇਹਦੇ ਬਾਰੇ ਕਦੀ ਸ਼ਿਕਾਇਤ ਆਈ ਹੋਵੇ ਕਿ ਪਾਣੀ ਦਾ ਜ਼ਾਇਕਾ ਚੇਂਜ ਹੋ ਗਿਆ ਜਾਂ ਕੋਈ ਹੋਰ ਕੰਪਲੇਂਟ? ਸ਼ਿਕਾਇਤ ਅਗਰ ਇਹਦਾ TDS 100 ਤੋਂ ਨੀਚੇ ਚਲਾ ਜਾਏ ਤੇ ਫਿਰ ਪਾਣੀ ਕੜਵਾ ਹੋ ਜਾਂਦਾ, ਤੇ ਅਗਰ 200 ਤੋਂ ਉੱਪਰ ਚਲਾ ਜਾਂਦਾ ਜਾਂ 250 ਤੋਂ, ਤੇ ਫਿਰ ਇਸ ਦਾ ਪਾਣੀ ਜਿਹੜਾ ਟੇਸਟ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਤੇ ਇਸ ਤੇ ਤੁਸੀਂ ਫਿਲਟਰ ਜਿਹੜੇ ਨੇ ਉਹ ਕਿੰਨੀ ਦੇਰ ਬਾਅਦ ਚੇਂਜ ਕਰਦੇ ਹੋ? ਤਕਰੀਬਨ 15 ਦਿਨ ਬਾਅਦ ਅਸੀਂ ਮਹੀਨੇ 'ਚ 2 ਦਫਾ ਫਿਲਟਰ ਚੇਂਜ ਕਰੀਦੇ ਨੇ। ਇਹਨੂੰ ਮੁਕੰਮਲ ਤਬਦੀਲ ਕਰਦੇ ਹੋ ਜਾਂ ਉਹੀ ਸਾਫ਼ ਕਰਕੇ ਦੁਬਾਰਾ ਪਾਉਂਦੇ ਹੋ? ਇਹਨੇ ਫਿਲਟਰ ਨੇ ਚੇਂਜ ਤਬਦੀਲ ਕਰੀਦੇ ਨੇ, ਪੁਰਾਣਾ ਕਦੇ ਨਹੀਂ ਇਸਤੇਮਾਲ ਕੀਤਾ। ਇਹਦੇ ਤੋਂ ਇਲਾਵਾ ਇਹਦਾ ਕੈਮੀਕਲ ਆਉਂਦਾ ਤਕਰੀਬਨ, ਉਹ ਵੀ ਅਸੀਂ 1.5 ਮਾਹ ਬਾਅਦ ਇੱਕ 30 ਲੀਟਰ ਦੀ ਕੈਨ ਆਉਂਦੀ ਹੈ, ਉਹ ਅਸੀਂ ਇਸਤੇਮਾਲ ਕਰਨੀ ਹੈ। 12,000 ਰੁਪਇਆ ਉਹਦਾ ਕੈਮੀਕਲ ਵੀ ਮੁਸਲਸਲ ਇਹਦੇ 'ਚ ਇਸਤੇਮਾਲ ਹੁੰਦਾ। ਕੋਈ ਇਸ ਪਾਣੀ ਵਿੱਚ ਐਡੀਸ਼ਨਲ ਮਿਨਰਲਸ ਐਡ ਕੀਤੇ ਜਾਂਦੇ ਹੋ? ਨਹੀਂ, ਉਹ ਫਿਰ ਮਿਨਰਲ ਵਾਟਰ ਬਣ ਜਾਂਦਾ। ਅਗਰ ਮਿਨਰਲ ਐਡ ਕੀਤੇ ਜਾਣ ਨਾ ਜੀ, ਫਿਰ ਇਹਨੂੰ ਸਿਰਫ RO ਪਲਾਂਟ ਹੀ ਰਿਵਰਸ ਓਸਮੋਸਿਸ ਪੂਰਾ ਨਾਮ ਇਸ ਦਾ, ਉਹ ਇਹਨੂੰ ਕਹਿੰਦੇ ਨੇ। ਅਤੇ ਇਹਦੇ 'ਚ ਕੋਈ ਐਡ ਨਹੀਂ, ਸਿਰਫ ਉਹ ਜਿਹੜਾ ਕੀਤਾ ਜਾਂਦਾ
ਕੈਮੀਕਲ ਉਹ ਇਸ ਵਾਸਤੇ ਇਸਤੇਮਾਲ ਕੀਤਾ ਕਿ ਇਹਦੀ ਮਮਰੀਨ ਸਾਫ਼ ਰਵੇ, ਮਮਰੀਨ ਦੀ ਲਾਈਫ ਵੱਧ ਜਾਂਦੀ ਹੈ। ਇਹਦੀ ਮੇਨ ਜਿਹੜਾ ਖਰਚਾ ਮਮਰੀਨ ਹੀ ਹੈ, ਜਿਹੜੀ 2 ਸਾਲ ਬਾਅਦ 2 ਮਮਰੀਨਾਂ ਨੇ ਤਕਰੀਬਨ 2.5 ਲੱਖ ਰੁਪਏ ਦੀਆਂ ਨੇ, ਉਹ 2 ਸਾਲ ਬਾਅਦ ਸਾਨੂੰ ਫਿਰ ਚੇਂਜ ਕਰਨੀਆਂ ਪੈਂਦੀਆਂ ਨੇ। ਤੇ ਇਸ ਦੀ ਸਫਾਈ ਵਾਸਤੇ ਕੋਈ ਇੰਜੀਨੀਅਰ ਆਉਂਦਾ ਹੈ ਜਾਂ ਖੁਦ ਹੀ ਕੋਈ ਬੰਦਾ ਤੁਸੀਂ ਟ੍ਰੇਨਡ ਕੀਤੇ ਹੈ? ਬਸ ਚੱਲੀ ਹੈ ਇੱਥੇ ਲੜਕਾ, ਉਹ ਹੀ ਫਿਲਟਰ ਚੇਂਜ ਕਰਦਾ, ਲੇਕਿਨ ਜਿਹੜੀ ਇਹਦੀ 2 ਮਾਹ ਬਾਅਦ ਸਫਾਈ ਕਰਾਈ ਦੀ ਉਹ ਸਬ ਇੰਜੀਨੀਅਰ ਹੈ, ਉਹਨਾਂ ਕੋਲੋਂ ਕਰਵਾਈ ਦੀ ਹੈ। ਮਮਰੀਨਾਂ ਦੀ ਸਫਾਈ ਕਰਾਈ ਦੀ ਹੈ, ਜਿਹੜੇ ਦੂਸਰੇ ਦੇ ਨੇ ਲੱਗੇ ਇਹਨੂੰ ਮੀਡੀਆ ਕਹਿੰਦੇ ਨੇ, ਜਿਹੜਾ ਇਹਦੇ 'ਚ ਸੈਂਡ ਹੁੰਦੀ ਹੈ, ਕਾਰਬਨ ਹੁੰਦਾ, ਉਹਦੀ ਸਫਾਈ ਜਿਹੜੀ ਉਹ ਫਿਰ ਸਬ ਇੰਜੀਨੀਅਰ ਹੀ ਕਰਦਾ। ਤੇ ਹੁਣ 1 ਟਨ ਤੇ ਚੱਲ ਰਿਹਾ ਜਾਂ ਅਪਗ੍ਰੇਡ ਕਰਵਾਇਆ? 2 ਟਨ ਤੇ 2020 ਤੋਂ ਬਾਅਦ 2 ਟਨ ਤੇ ਚੱਲ ਰਿਹਾ। ਤੇ ਅਪਗ੍ਰੇਡੇਸ਼ਨ 'ਚ ਕਿੰਨਾ ਖਰਚਾ ਆਇਆ? ਤਕਰੀਬਨ 4 ਲੱਖ ਰੁਪਏ ਉਸ ਵਕਤ 2020 'ਚ ਆਇਆ ਸੀ। ਇਹ ਮਤਲਬ ਟੋਟਲ 10 ਲੱਖ ਰੁਪਇਆ ਹੁਣ ਤੱਕ ਇਹਦੇ ਖਰਚਾ ਹੈ। ਖਰਚਾ ਇਹਦੀ ਸਾਲਾਨਾ ਮੇਨਟੇਨੈਂਸ ਵਾਸਤੇ ਕਿੰਨਾ ਤੁਸੀਂ ਖਰਚਾ ਰੱਖਦੇ ਹੋ? ਤਕਰੀਬਨ ਸਾਲਾਨਾ ਸਾਡਾ ਹਰ ਸਾਲ ਹੀ ਇਹਦੇ ਤੇ ਜਿਹੜਾ ਥੋੜਾ ਥੋੜਾ ਕਰਕੇ ਵੀ 1.5 ਤੋਂ 2 ਲੱਖ ਰੁਪਏ ਸਾਲਾਨਾ ਖਰਚਾ ਆ ਜਾਂਦਾ। ਤੇ ਜਦੋਂ ਅਸੀਂ ਇਹਦਾ ਕੋਈ ਮੇਨ ਕੰਮ ਹੁੰਦਾ ਫਿਰ ਬਹੁਤ ਜ਼ਿਆਦਾ, ਜਦੋਂ ਮਮਰੀਨਾਂ ਚੇਂਜ ਕਰੀਦੀਆਂ ਨੇ ਉਦੋਂ 2.5 ਤੋਂ 3 ਲੱਖ ਰੁਪਏ ਸਾਡਾ ਜਿਹੜਾ ਇਹਦੇ ਤੇ ਉਹ ਖਰਚਾ ਆਉਂਦਾ। ਅੱਛਾ, ਇਹ ਪਿੱਛੇ ਦਿਖਾਣਾ ਜ਼ਰਾ ਜੀ, ਜ਼ਰਾ ਕਲੋਜ਼ ਕਰਕੇ ਦਿਖਾਓ। ਇਹ ਸਾਨੂੰ ਦੱਸੋ ਜੀ, ਇਹ ਜਿਹੜਾ ਇੱਕ ਡਰਮ ਪਿਆ ਹੈ, ਇਹ ਕਿਸ ਵਾਸਤੇ? ਜ਼ਰਾ ਕਰੀਬ ਆ ਕੇ ਦੱਸਿਓ। ਇਹਦੇ 1 ਟਨ ਪਾਣੀ ਇਹਦੇ 'ਚ ਜਿਹੜਾ ਸਾਫ਼ ਹੈ ਉਹ ਸਟੋਰ ਹੁੰਦਾ। ਇਹ ਇਹ ਜਿਹੜੇ 2 ਡਰਮ ਨੇ ਇਹ ਦੋਨੇ ਹੀ ਸਾਫ਼ ਪਾਣੀ ਦੇ ਨੇ। 2 ਟਨ ਪਾਣੀ ਇਹਨਾਂ ਜਿਹੜਾ ਨਾ ਤੀਸਰਾ ਡਰਮ, ਉਹ ਜਿਹੜਾ ਪਾਣੀ ਕੋਈ ਉਹਨੂੰ ਅਸੀਂ ਖਾਮ ਪਾਣੀ ਆਖ ਲਓ, ਜਿਹੜਾ ਨੀਚੋਂ ਆ ਰਿਹਾ ਉਹ ਉਹਦੇ 'ਚ ਪਾਣੀ ਹੈ। ਅੱਛਾ, ਇਹ 2 ਡਰਮ ਜਿਹੜੇ ਨੇ ਇਹਨਾਂ ਇਹ ਸਾਫ਼ ਪਾਣੀ ਦੇ ਨੇ। ਇਹਨਾਂ 'ਚ ਇਸ ਟਾਈਮ 1 ਟਨ ਪਾਣੀ ਮੌਜੂਦ ਹੈ? 2 ਟਨ ਦੋਨਾਂ 'ਚ 1 ਟਨ। 2 ਟਨ ਪਾਣੀ ਮੌਜੂਦ ਹੈ 2 ਡਰਮਾਂ ਦੇ ਵਿੱਚ। ਇਹ ਦੱਸੋ ਕਿ ਇਸ ਦੀ ਟਾਈਮਿੰਗ ਕੀ ਹੈ? 24 ਘੰਟੇ ਚੱਲਦਾ ਹੈ ਜਾਂ ਕੋਈ ਮਖਸੂਸ ਟਾਈਮ ਹੈ? ਇਹ ਸਵੇਰ ਫਜਰ ਤੋਂ ਲੈ ਕੇ ਸਵੇਰ 10 ਵਜੇ ਤੱਕ ਚੱਲਦਾ ਤੇ ਜ਼ੋਰ ਤੋਂ ਬਾਅਦ ਇਸ਼ਾ ਤੱਕ ਚੱਲਦਾ। ਇਹ ਕਿੰਨੇ ਘੰਟੇ ਵਾਸਤੇ? ਇਹ ਫਜਰ ਤੋਂ ਚੱਲ ਕੇ ਸਵੇਰ 10 ਵਜੇ ਤੱਕ ਤੇ ਜ਼ੋਰ ਦੀ ਨਮਾਜ਼ ਤੋਂ ਲੈ ਕੇ ਇਸ਼ਾ ਦੀ ਨਮਾਜ਼ ਤੱਕ। ਅੱਛਾ, ਲੋਕ ਇੱਥੋਂ ਪਾਣੀ ਲੈਣ ਆਉਂਦੇ ਨੇ ਤੇ ਉਹ ਕਿੰਨੀ ਆਬਾਦੀ ਹੈ ਜਿਹੜੀ ਇਸ ਤੋਂ ਫਾਇਦਾ ਉਠਾ ਰਹੀ ਹੈ? ਇਹ ਸਾਡੇ ਚੱਕ ਦੀ ਪੂਰੀ ਆਬਾਦੀ ਤਕਰੀਬਨ 14,000 ਆਬਾਦੀ ਹੈ, 14,000 ਲੋਕ ਨੇ। ਤੇ ਇਸ ਤੋਂ ਇਲਾਵਾ ਕਰੀਬ ਵਾਲਿਆਂ ਚੱਕਾਂ 'ਚੋਂ 2-3 ਚੱਕ ਨੇ, 94 12 ਵਾਲੇ, 52 12 ਵਾਲੇ, 97 12 ਵਾਲੇ, ਇੱਥੋਂ ਵੀ ਲੋਕ ਆਉਂਦੇ ਨੇ। ਉਹ ਵੀ ਇੱਕ ਐਵਰੇਜ ਆਬਾਦੀ ਅਗਰ 14,000 ਸਮਝਿਆ ਜਾਏ ਤਾਂ ਟੋਟਲ ਤਕਰੀਬਨ 56 ਤੋਂ ਲੈ ਕੇ 60,000 ਤੱਕ ਲੋਕ ਇੱਥੋਂ ਡੇਲੀ ਪਾਣੀ ਲੈ ਕੇ ਜਾਂਦੇ ਨੇ। ਇੰਨੀ ਆਬਾਦੀ ਦਾ ਫਾਇਦਾ ਉਠਾ ਰਹੇ। ਦੂਸਰੀਆਂ ਚੱਕਾਂ ਦੀ ਆਬਾਦੀ ਕੰਮ ਆਉਂਦੇ ਨੇ। ਇਹ ਇੱਕ ਚੱਕ 12,000 ਦਾ ਸਾਡੀ ਆਬਾਦੀ, ਇਹ ਪੂਰਾ ਚੱਕ ਆਉਂਦਾ। ਬਾਕੀ ਜਿਹੜੇ ਨੇ ਕੁਝ ਲੋਕ ਦੂਰ ਵਾਲੇ ਕੰਮ ਆਉਂਦੇ ਨੇ। ਤਕਰੀਬਨ 20,000 ਲੋਕ ਜਿਹੜੇ ਨੇ ਉਹ 20,000 ਦੀ ਆਬਾਦੀ ਜਿਹੜੀ ਉਹ ਪਾਣੀ ਇੱਥੋਂ ਇਸਤੇਮਾਲ ਕਰਦੇ। ਅੱਛਾ, ਹੁਣ ਇੱਕ ਅਹਿਮ ਸਵਾਲ ਇਹ ਵੀ ਲੋਕ ਪਾਣੀ ਲੈ ਕੇ ਜਾਂਦੇ ਨੇ ਤੇ ਉਹਨਾਂ ਕੋਲ ਕੋਈ ਬਿੱਲ ਲਿਆ ਜਾਂਦਾ ਇਸ ਦਾ? ਨਹੀਂ, ਬਿਲਕੁਲ ਕੋਈ ਬਿੱਲ ਨਹੀਂ ਲਿਆ ਜਾਂਦਾ, ਬਿਲਕੁਲ ਫੀਸ ਵੀ ਲੈ ਸਾਰੇ ਲੋਕ ਲਿਜਾਂਦੇ ਨੇ। ਲੇਕਿਨ ਇਹ ਬਿਜਲੀ ਤੇ ਚੱਲਦਾ ਹੈ, ਇਸ ਦਾ ਬਿੱਲ ਮੀਟਰ ਦਾ ਬਿਜਲੀ ਦਾ ਬਿੱਲ ਹੋਣਾ ਹੈ ਤੇ ਉਹ ਬਿੱਲ ਫਿਰ ਕਿਸ ਤਰ੍ਹਾਂ ਪੇ ਕਰਦੇ ਹੋ? ਉਹ ਇਸ ਦੇ ਪੂਰੇ ਚੱਕ ਵਾਲੇ ਹੀ ਤਾਵਨ ਕਰਦੇ ਨੇ। ਜਿਹੜਾ ਮਸਜਿਦ ਦਾ ਦਰਵੇਸ਼ ਉਹ ਇੱਕ ਦਫਾ ਐਲਾਨ ਕਰਦਾ ਹੈ ਤੇ ਸਾਰੇ ਲੋਕ ਜਿਹੜੇ ਨੇ ਆਪਣੀ ਮਰਜ਼ੀ ਨਾਲ ਜਿਹੜਾ ਉਹ ਇੱਥੇ ਪੈਸੇ ਦੇ ਜਾਂਦੇ ਨੇ ਤੇ ਉਹ ਇਹਦਾ ਖਰਚਾ ਜਿਹੜਾ ਉਹ ਕਮੇਟੀ ਫਿਰ ਜਿਹੜੀ ਉਹ ਇਹਦਾ ਪੇ ਕਰਦੀ ਹੈ। ਅੱਛਾ, ਮਤਲਬ ਬਕਾਇਦਾ ਬਿੱਲ ਨਹੀਂ ਲਿਆ ਜਾਂਦਾ, ਆਪਣੀ ਮਰਜ਼ੀ ਨਾਲ ਜਿਤਨੀ ਤੌਫੀਕ ਹੈ ਕਿਸੇ ਨੂੰ ਉਹ ਲੋਕ ਇੱਥੇ ਪੈਸੇ ਦੇ ਜਾਂਦੇ ਨੇ। ਨਾਜ਼ਰੀਨ, ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਆਪਣੀ ਮਦਦ ਆਪ ਦੇ ਤਹਿਤ ਆਪਣਾ ਆਵਾਮ ਜਿਹੜੇ ਨੇ ਉਹ ਆਪਣੀ ਬਿਹਤਰੀ ਵਾਸਤੇ ਕੰਮ ਕਰ ਸਕਦੇ ਨੇ। ਹਰ ਮਾਮਲੇ 'ਚ ਹੁਕੂਮਤ ਦੀ ਤਰਫ ਨਹੀਂ ਵੇਖਣਾ ਚਾਹੀਦਾ, ਨਾ ਹੀ ਹੁਕੂਮਤ ਹਰ ਵਕਤ ਤੁਹਾਡੀ ਮਦਦ ਵਾਸਤੇ ਮੌਜੂਦ ਹੁੰਦੀ ਹੈ। ਤੇ ਇਹ ਆਰਓ ਪਲਾਂਟ ਜਿਹੜਾ ਇਸ ਚੀਜ਼ ਦੀ ਬਿਹਤਰੀਨ ਮਿਸਾਲ ਹੈ ਕਿ ਜਦੋਂ ਤੁਸੀਂ ਕਿਸੇ ਕੰਮ ਕਰਨ ਦਾ ਇਰਾਦਾ ਕਰ ਲੈਂਦੇ ਹੋ ਤਾਂ ਫਿਰ ਅੱਲਾਹ ਤਾਲਾ ਵੀ ਤੁਹਾਡੀ ਮਦਦ ਕਰਦਾ ਹੈ ਤੇ ਉਸ ਕੰਮ ਨੂੰ ਉਹ ਆਸਾਨ ਕਰ ਦਿੰਦਾ ਹੈ। ਤੇ ਸਾਡੇ ਨਾਲ ਸਰਪ੍ਰਸਤ ਆਲਾ ਮਸਜਿਦ ਕਮੇਟੀ ਦੇ ਚੌਧਰੀ ਖਾਦਮ ਹੁਸੈਨ ਤਾਰੜ ਸਾਹਿਬ ਵੀ ਮੌਜੂਦ ਨੇ ਤੇ ਅਸੀਂ ਇਹਨਾਂ ਕੋਲ ਪੁੱਛਦੇ ਹਾਂ ਕਿ ਇਹ ਪਲਾਂਟ ਲਾਣੇ ਦੇ ਦੌਰਾਨ ਕੋਈ ਮੁਸ਼ਕਲ ਪੇਸ਼ ਤੇ ਨਹੀਂ ਆਈ? ਕਿਸੇ ਨੇ ਕੋਈ ਰੁਕਾਵਟ ਕੀਤੀ ਹੋਵੇ, ਕੋਈ ਹੋਰ ਮਸਲਾ ਮਸਾਇਲ? ਇਹ ਕੋਈ ਮੁਸ਼ਕਲ ਨਹੀਂ ਪੇਸ਼ ਆਈ, ਨਾ ਕਿਸੇ ਰੁਕਾਵਟ ਕੀਤੀ ਹੈ। ਬਿਲਕੁਲ ਇਹ ਸਾਰਾ ਕੰਮ ਜਿਹੜਾ ਆਸਾਨੀ ਨਾਲ ਹੋ ਆਸਾਨੀ ਗਿਆ ਨਾਲ ਕੰਮ ਹੋ ਗਿਆ। ਤੇ ਹੁਣ ਇਹ ਫਿਲਟਰ ਪਲਾਂਟ ਲੱਗ ਗਿਆ, ਲੋਕ ਇੱਥੋਂ ਪਾਣੀ ਲੈ ਕੇ ਜਾ ਰਹੇ ਨੇ ਤੇ ਆਸਤਾ ਆਸਤਾ ਜਿਸ ਤਰ੍ਹਾਂ ਪਤਾ ਲੱਗਦਾ ਜਾਏਗਾ ਹੋਰ ਵੀ ਲੋਕ ਆਉਂਦੇ ਜਾਣਗੇ। ਤੇ ਅਗਰ ਇਹਨੂੰ ਜ਼ਰੂਰਤ ਪਈ ਕਿ ਇਹਨੂੰ ਮਜ਼ੀਦ ਵਧਾਇਆ ਜਾਏ ਤੇ ਉਹਦੇ ਵਾਸਤੇ ਤੁਸੀਂ ਫੰਡ ਇਕੱਠੇ ਕਰਕੇ ਤੇ ਇਹਨੂੰ ਵਧਾਓਗੇ ਫਿਰ? ਇਨਸ਼ਾਅੱਲਾ ਜੀ, ਜ਼ਰੂਰਤ ਪਵੇ ਤੇ ਐਲਾਨ ਕਰਨ ਦੇ, ਬੰਦੇ ਪੈਸੇ ਦੇਣ ਦੇ ਤੇ ਵੱਡਾ ਕਰਾ ਲਾਂਗੇ। ਲਓ ਜੀ, ਉਹ ਕਹਿੰਦੇ ਨੇ ਜੀ ਕਿ ਅਸੀਂ ਐਲਾਨ ਕਰਾਂਗੇ ਤੇ ਅੱਲਾ ਦੀ ਮਦਦ ਸ਼ਾਮਲੇ ਹਾਲ ਹੋਵੇਗੀ ਤੇ ਇਨਸ਼ਾਅੱਲਾ ਲੋਕ ਆ ਕੇ ਖੁਦ ਪੈਸੇ ਦੇਣਗੇ ਤੇ ਇਹ ਸਾਰਾ ਨਿਜ਼ਾਮ ਠੀਕ ਹੋਵੇਗਾ। ਇਸ ਵਕਤ ਪਾਣੀ ਭਰਨ ਇੱਕ ਨੌਜਵਾਨ ਇੱਥੇ ਮੌਜੂਦ ਨੇ ਜਿਹੜੇ ਇੱਥੋਂ ਪਾਣੀ ਲੈਣ ਆਏ ਨੇ। ਅਸੀਂ ਇਹਨਾਂ ਨਾਲ ਵੀ ਗੱਲ ਕਰ ਲੈਂਦੇ ਹਾਂ। ਹਾਂਜੀ, ਨਾਮ ਆਪਣਾ ਤੁਸੀਂ ਦੱਸੋ? ਸ਼ਾਹਜ਼ੇਬ ਜੀ। ਸ਼ਾਹਜ਼ੇਬ, ਇਹ ਇਸ ਟਾਈਮ ਮੌਜੂਦ ਨੇ ਤੇ ਤੁਸੀਂ ਸਾਨੂੰ ਇਹ ਦੱਸੋ ਤੁਸੀਂ ਇੱਥੋਂ ਹੀ ਪਾਣੀ ਕਿਉਂ ਲੈਣ ਆਉਂਦੇ ਹੋ? अस्सलाम वालेकुम जी। ਉਹਦੀ ਵਜ੍ਹਾ ਹੈ ਕਿ ਸਾਡਾ ਜ਼ਮੀਨੀ ਪਾਣੀ ਬਹੁਤ ਖਰਾਬ ਹੋ ਚੁੱਕਿਆ ਹੈ, ਸਾਰੇ ਗਾਉਂ ਦਾ ਹੀ ਬਲਕਿ ਸਾਰੇ ਏਰੀਏ ਦਾ ਹੀ। ਔਰ ਅਸੀਂ ਆਪਣੀ ਮਦਦ ਦੇ ਤਹਿਤ ਦੇ ਖੁਦ ਇਹਨੂੰ ਨਸਬ ਕਰਵਾਇਆ
ਔਰ ਇਹਦਾ ਮਾਸ਼ਾਅੱਲਾ ਪਾਣੀ ਬਹੁਤ ਅੱਛਾ ਹੈਗਾ। TDS ਇਹਦੀ 100 ਤਕਰੀਬਨ ਰਹਿੰਦੀ ਹੈ। ਇਸ ਵਜ੍ਹਾ ਤੋਂ ਅਸੀਂ ਫਿਰ ਇੱਥੋਂ ਹੀ ਪਾਣੀ ਭਰ ਕੇ ਲੈ ਕੇ ਜਾਂਦੇ ਹਾਂ। ਅੱਛਾ, ਤੇ ਕਦੀ ਤੁਹਾਨੂੰ ਸ਼ਿਕਾਇਤ ਇਸ ਬਾਰੇ 'ਚ ਹੋਈ ਹੋਵੇ ਜੀ ਤਾਂ ਪਾਣੀ ਬਦਬੂ ਉਹਦੇ 'ਚੋਂ ਆ ਰਹੀ ਹੈ ਜਾਂ ਕੋਈ ਜ਼ਾਇਕਾ ਉਸ ਦਾ ਤਬਦੀਲ ਹੋ ਗਿਆ ਹੈ? ਨਹੀਂ ਨਹੀਂ, ਬਿਲਕੁਲ ਨਹੀਂ। ਉਹਦੀ ਵਜ੍ਹਾ ਇਹ ਕਿ ਇਹਦੀ ਰੈਗੂਲਰ ਸਫਾਈ ਹੁੰਦੀ ਹੈ ਹਰ ਮਾਹ, ਔਰ ਇਹਦੇ ਵਿੱਚ ਕੈਮੀਕਲ ਵੀ ਇਸਤੇਮਾਲ ਹੁੰਦਾ ਇਹਦੀ ਸਫਾਈ ਲਈ। ਫਿਲਟਰ ਇਹਦੇ ਰੈਗੂਲਰ ਮਹੀਨੇ 2 ਦਫਾ ਚੇਂਜ ਹੁੰਦੇ ਨੇ। ਇਸ ਵਜ੍ਹਾ ਤੋਂ ਐਸਾ ਕੋਈ ਮਸਲਾ ਨਹੀਂ, ਬਿਹਤਰੀਨ ਪਾਣੀ ਹੈ। ਅੱਛਾ, ਅਗਰ ਜਿਹੜੀ ਕਮੇਟੀ ਹੈ ਜਿਹੜੀ ਇਹਨੂੰ ਮੈਨੇਜ ਕਰ ਰਹੀ ਸਾਰੀ, ਇਹ ਉਹਨਾਂ ਨੂੰ ਮਿਲਣਾ ਹੋਵੇ ਤੇ ਉਹ ਦਸਤਿਆਬ ਹੁੰਦੇ ਨੇ ਜਾਂ ਤੁਹਾਨੂੰ ਲੱਭਦੇ ਹੀ ਨਹੀਂ ਕਿ ਕਿੱਧਰ ਗਏ ਨੇ? ਕੋਈ ਸ਼ਿਕਾਇਤ ਜਾਂ ਕੋਈ ਤਜਵੀਜ਼ ਦੇਣੀ ਹੋਵੇ ਤੇ? ਨਹੀਂ ਨਹੀਂ, ਕੋਈ ਮਸਲਾ ਨਹੀਂ, ਹਰ ਵਕਤ ਅਵੇਲੇਬਲ ਨੇ। ਤੁਸੀਂ ਜੋ ਉਹਨਾਂ ਨੂੰ ਤਜਵੀਜ਼ ਦੇਣੀ ਤੁਸੀਂ ਬਿਲਕੁਲ ਦੇ ਸਕਦੇ ਹੋ। ਉਹਦੇ 'ਤੇ ਅਮਲ ਦਰਾਮਦ ਵੀ ਹੁੰਦਾ। ਲੋ ਜੀ, ਇੱਥੇ ਜਿਹੜੇ ਲੋਕ ਪਾਣੀ ਭਰਨ ਆ ਰਹੇ ਨੇ ਉਹ ਵੀ ਇਹ ਕਹਿ ਰਹੇ ਨੇ ਜੀ ਇਹ ਫਿਲਟਰ ਉਹਨਾਂ ਵਾਸਤੇ ਬੜਾ ਫਾਇਦਾਮੰਦ ਹੈ ਤੇ ਉਹ ਇਹਦੇ ਤੋਂ ਫਾਇਦਾ ਉਠਾ ਰਹੇ ਨੇ ਤੇ ਉਹ ਬੜੇ ਖੁਸ਼ ਨੇ ਕਿ ਇਹ ਪਿੰਡ ਵਾਲਿਆਂ ਆਪਣੀ ਮਦਦ ਆਪ ਦੇ ਤਹਿਤ ਇਹ ਸਾਰਾ ਸਿਸਟਮ ਇੰਸਟਾਲ ਕੀਤਾ। ਆਪਣਾ ਤੁਸੀਂ ਖਿਆਲ ਰੱਖਿਓ ਤੇ ਆਪਣੇ ਆਸ-ਪਾਸ ਦੇ ਲੋਕਾਂ ਦਾ ਵੀ। ਅੱਲਾ ਹਾਫਿਜ਼।